ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ NMMS ਸਬਜੈਕਟ ਐਟੀਟਿਊਡ ਟੈਸਟ 2020 ਪੇਪਰ ਸੋਲਵਡ। ਪ੍ਰਸ਼ਨ ਪਹਿਲਾ, ਇਕਾਈ ਖੇਤਰਫਲ ਤੇ ਕਿਰਿਆ ਕਰ ਰਹੇ ਬਲ ਨੂੰ ਕੀ ਕਹਿੰਦੇ ਹਨ? ਉੱਤਰ ਹੈ ਦਬਾਅ। ਅਗਲਾ ਪ੍ਰਸ਼ਨ, ਇੱਕ ਬਿਜਲਈ ਸਰਕਟ ਵਿੱਚ ਬਿਜਲਈ ਧਾਰਾ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਵਰਤਿਆ ਜਾਣ ਵਾਲਾ ਸਧਾਰਨ ਯੰਤਰ ਕਿਹੜਾ ਹੈ? ਉੱਤਰ ਹੈ ਸਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਕਿਸੇ ਸਤ੍ਹਾ ਨੂੰ ਖੁਰਦਰਾ ਬਣਾ ਕੇ ਰਗੜ ਵਧਾਈ ਜਾ ਸਕਦੀ ਹੈ। ਸਨੇਹਕ ਲਗਾ ਕੇ ਰਗੜ ਘਟਾਈ ਜਾ ਸਕਦੀ ਹੈ। ਬੇਲਣੀ ਰਗੜ ਸਰਕਰਣਸ਼ੀਲ ਰਗੜ ਤੋਂ ਵੱਧ ਹੁੰਦਾ ਹੈ। ਸੋ ਇਸ ਦੇ ਤਿੰਨੇ ਹੀ ਉੱਤਰ ਇਹ ਗਲਤ ਹਨ। ਚੌਥਾ ਸਹੀ ਹੈ। ਅਗਲਾ ਪ੍ਰਸ਼ਨ, ਪ੍ਰਕਾਸ਼ ਦੇ 7 ਰੰਗਾਂ ਵਿੱਚ ਨਿਖੜਨ ਨੂੰ ਕੀ ਕਹਿੰਦੇ ਹਨ? ਉੱਤਰ ਹੈ ਪ੍ਰਕਾਸ਼ ਦਾ ਵਰਨ ਵਿਖੇਪਨ। ਅਗਲਾ ਪ੍ਰਸ਼ਨ, ਘੱਟ ਦ੍ਰਿਸ਼ਟੀ ਵਾਲੇ ਵਿਅਕਤੀ ਕਿਸ ਪੱਧਤੀ ਦੀ ਵਰਤੋਂ ਨਾਲ ਕਈ ਭਾਸ਼ਾਵਾਂ ਨੂੰ ਪੜ੍ਹ ਸਕਦੇ ਹਨ? ਉੱਤਰ ਹੈ ਬ੍ਰੇਲ ਪੱਧਤੀ। ਇੱਕ ਚਾਰਜਿਤ ਵਸਤੂ ਦੁਆਰਾ ਕਿਸੇ ਦੂਜੀ ਚਾਰਜਿਤ ਜਾਂ ਅਣਚਾਰਜਿਤ ਵਸਤੂ 'ਤੇ ਲਾਇਆ ਗਿਆ ਬਲ ਸਥਿਰ ਬਿਜਲਈ ਬਲ ਕਹਾਉਂਦਾ ਹੈ। ਪ੍ਰਤੀ ਸੈਕਿੰਡ ਹੋਣ ਵਾਲੀਆਂ ਦੋਲਨਾਂ ਦੀ ਸਮਖਿਆਵਾਂ ਨੂੰ ਕੀ ਕਹਿੰਦੇ ਹਨ? ਦੋਲਨ ਦੀ ਆਵਿਤੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਗਲਤ ਹੈ? ਦਰਪਣ ਪ੍ਰਕਾਸ਼ ਦਾ ਪਰਿਵਰਤਨ ਨਹੀਂ ਕਰ ਸਕਦੇ। ਇਹ ਗਲਤ ਹੈ। ਅਗਲਾ ਪ੍ਰਸ਼ਨ, ਸਾਲ ਦੇ ਕਿਸ ਦਿਨ ਸੂਰਜ ਠੀਕ ਪੂਰਬ ਦਿਸ਼ਾ ਵਿੱਚੋਂ ਨਿਕਲਦਾ ਹੈ? ਉੱਤਰ ਹੈ 23 ਸਤੰਬਰ। ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ? ਉੱਤਰ ਹੈ CO। ਅਲਟਰਾਸਾਊਂਡ ਯੰਤਰ ਵਿੱਚ ਵਰਤੀ ਜਾਂਦੀ ਆਵਿਰਤੀ ਕਿੰਨੀ ਹੁੰਦੀ ਹੈ? 20,000 ਹਰਟਜ਼ ਤੋਂ ਵੱਧ। ਅਗਲਾ ਪ੍ਰਸ਼ਨ, ਕਿਸੇ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਦਾ ਮਾਪਣ ਵਾਲੇ ਯੰਤਰ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਓਡੋਮੀਟਰ। ਇਮਾਰਤਾਂ ਨੂੰ ਆਕਾਸ਼ੀ ਬਿਜਲੀ ਤੋਂ ਬਚਾਉਣ ਲਈ ਆਕਾਸ਼ੀ ਬਿਜਲਈ ਚਾਲਕ ਯੰਤਰ ਵਰਤਿਆ ਜਾਂਦਾ ਹੈ। ਸੋ ਦੂਸਰਾ ਉੱਤਰ ਠੀਕ ਹੈ। ਅਗਲਾ ਪ੍ਰਸ਼ਨ, ਪੇਟ ਵਿਚਲੇ ਤੇਜ਼ਾਬੀਪਨ ਨੂੰ ਦੂਰ ਕਰਨ ਲਈ ਕੀ ਵਰਤਿਆ ਜਾਂਦਾ ਹੈ? ਉੱਤਰ ਹੈ Mg ਯਾਨੀ ਕਿ ਮੈਗਨੀਸ਼ੀਅਮ। ਕਿਸੇ ਪਦਾਰਥ ਦੇ ਤੱਤ ਦੀ ਸਭ ਤੋਂ ਛੋਟੀ ਇਕਾਈ ਪਰਮਾਣੂ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ? ਫਿਨੋਲਫਥੀਲੀਨ। ਸਰਕਾਰ ਦੁਆਰਾ ਗ੍ਰੀਨ ਦੀਵਾਲੀ ਮਨਾਉਣ ਲਈ ਸੰਦੇਸ਼ ਦਿੱਤਾ ਗਿਆ ਕਿਉਂਕਿ ਪਟਾਖਿਆਂ ਵਿੱਚ ਮੌਜੂਦ ਹੇਠ ਲਿਖੀਆਂ ਧਾਤਾਂ ਜਲਣ ਸਮੇਂ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਉਹ ਧਾਤਾਂ ਹਨ ਸਲਫਰ ਤੇ ਫਾਸਫੋਰਸ। ਅਗਲਾ ਪ੍ਰਸ਼ਨ, ਨਿਮਨਲਿਖਿਤ ਵਿਸ਼ੇਸ਼ਤਾਵਾਂ ਕਾਰਨ ਨਾਇਲੋਨ ਉਪਯੋਗੀ ਹੈ ਕਿਉਂਕਿ ਨਾਇਲੋਨ ਮਜ਼ਬੂਤ ਹੁੰਦਾ ਹੈ, ਲਚਕੀਲਾ ਤੇ ਹਲਕਾ ਹੁੰਦਾ ਹੈ। ਤੇਜ਼ਾਬ ਉਦੋਂ ਬਣਦੇ ਹਨ ਜਦੋਂ ਧਾਤਾਂ ਦੇ ਆਕਸਾਈਡ ਪਾਣੀ ਵਿੱਚ ਘੁਲਦੇ ਹਨ। ਵਾਸ਼ਿੰਗ ਸੋਡਾ ਦੇ ਘਟਕ ਹਨ ਸੋਡੀਅਮ, ਕਾਰਬਨ ਤੇ ਆਕਸੀਜਨ। ਡਾਕਟਰੀ ਥਰਮਾਮੀਟਰ ਨਾਲ ਅਸੀਂ ਤਾਪਮਾਨ ਨੂੰ ਮਾਪ ਸਕਦੇ ਹਾਂ 35 ਡਿਗਰੀ ਸੈਲਸੀਅਸ ਤੋਂ 42 ਡਿਗਰੀ ਸੈਲਸੀਅਸ ਤੱਕ। ਕਿਹੜੀ ਧਾਤ ਪਾਣੀ ਤੇਜ਼ਾਬ ਨਾਲ ਕਿਰਿਆ ਨਹੀਂ ਕਰਦੀ? ਉੱਤਰ ਹੈ ਪਲੈਟੀਨਮ। ਕੱਚੇ ਅੰਬ ਵਿੱਚ ਕਿਹੜਾ ਤੇਜ਼ਾਬ ਹੁੰਦਾ ਹੈ? ਕੱਚੇ ਅੰਬ ਵਿੱਚ ਟਾਰਟਰਿਕ ਤੇਜ਼ਾਬ ਹੁੰਦਾ ਹੈ। ਸਲਫਿਊਰਿਸ ਤੇਜ਼ਾਬ ਦਾ ਰਸਾਇਣਕ ਸੂਤਰ ਹੈ H2SO3। ਸਿਲਵਟ ਮੁਕਤ ਕੱਪੜਾ ਕਿਸ ਤੋਂ ਬਣਦਾ ਹੈ? ਉੱਤਰ ਹੈ ਪੋਲੀਸਟਰ। ਹਾਈਡਰੋਜਨ ਦਾ ਉਹ ਸਮਸਥਾਨਕ ਜਿਸ ਵਿੱਚ ਪ੍ਰੋਟਾਨ, ਨਿਊਟਰੋਨ ਤੇ ਇਲੈਕਟ੍ਰੋਨ ਦੀ ਸੰਖਿਆ ਬਰਾਬਰ ਹੈ। ਇਸ ਦਾ ਉੱਤਰ B ਹੈ। ਅਗਲਾ ਪ੍ਰਸ਼ਨ, ਮਨੁੱਖੀ ਲਹੂ ਦੇ ਕਿਹੜੇ ਸੈੱਲ ਆਪਣੀ ਆਕ੍ਰਿਤੀ ਬਦਲ ਸਕਦੇ ਹਨ? ਉੱਤਰ ਹੈ ਚਿੱਟੇ ਰਕਤਾਣੂ। ਅਗਲਾ ਪ੍ਰਸ਼ਨ, ਗਿੱਲੜ ਰੋਗ ਕਿਹੜੇ ਹਾਰਮੋਨ ਦੀ ਕਮੀ ਕਾਰਨ ਹੁੰਦਾ ਹੈ? ਉੱਤਰ ਹੈ ਥਾਇਰੋਕਸਿਨ। ਇਹਨਾਂ ਵਿੱਚੋਂ ਕਿਹੜਾ ਪਰਿਰਖਿਅਕ ਨਹੀਂ ਹੈ? ਉੱਤਰ ਹੈ ਸੇਬ ਦਾ ਰਸ। ਜੋਬਨ ਅਵਸਥਾ ਸ਼ੁਰੂ ਹੋਣ ਸਮੇਂ ਇਸਤਰੀਆਂ ਵਿੱਚ ਕਿਹੜਾ ਹਾਰਮੋਨ ਪੈਦਾ ਹੁੰਦਾ ਹੈ? ਉੱਤਰ ਹੈ ਐਸਟ੍ਰੋਜਨ।
ਕਿਹੜੇ ਜੀਵ ਵਿੱਚ ਅੰਦਰੂਨੀ ਨਿਸ਼ੇਚਨ ਹੁੰਦਾ ਹੈ? ਉੱਤਰ ਹੈ ਮੁਰਗੀ। ਹੇਠ ਲਿਖਿਆਂ ਵਿੱਚੋਂ ਕਿਹੜੀ ਸਜੀਵਾਂ ਵਿੱਚ ਆਨੂਵੰਸ਼ਿਕ ਗੁਣਾਂ ਦੀ ਇਕਾਈ ਹੈ? ਹੇਠ ਲਿਖਿਆਂ ਵਿੱਚੋਂ ਕਿਹੜੀ ਸਜੀਵਾਂ ਵਿੱਚ ਆਨੂਵੰਸ਼ਿਕ ਗੁਣਾਂ ਦੀ ਇਕਾਈ ਹੈ? ਜੀਨਸ। ਸੈੱਲ ਜਿਸ ਵਿੱਚ ਪੂਰੀ ਤਰ੍ਹਾਂ ਵਿਕਸਿਤ ਕੇਂਦਰਕ ਨਹੀਂ ਹੁੰਦਾ, ਭਾਵ ਕੇਂਦਰਕ ਝਿੱਲੀ ਨਹੀਂ ਹੁੰਦੀ, ਉਸ ਨੂੰ ਪ੍ਰੋਕੈਰੀਓਟਿਕ ਕਹਿੰਦੇ ਹਨ। ਨਿਸ਼ੇਚਨ ਸਮੇਂ ਸ਼ੁਕਰਾਣੂ ਅਤੇ ਅੰਡਾਣੂ ਸੰਯੋਜਿਤ ਹੋ ਕੇ ਬਣਾਉਂਦੇ ਹਨ ਯੁਗਮਜ। ਵਿਸ਼ਾਣੂ ਨਾਲ ਹੋਣ ਵਾਲਾ ਰੋਗ ਹੈਪੇਟਾਈਟਸ ਏ ਹੈ। ਹੈਪੇਟਾਈਟਸ ਏ। ਮਲੇਰੀਆ ਫੈਲਾਉਣ ਵਾਲੇ ਪ੍ਰੋਟੋਜ਼ੋਆ ਦਾ ਵਾਹਕ ਹੈ ਮਾਦਾ ਐਨਾਫਲੀਜ਼ ਮੱਛਰ। ਸਾਹ ਕਿਰਿਆ ਵਿੱਚ CO2+ ਊਰਜਾ ਪੈਦਾ ਹੁੰਦੀ ਹੈ। ਖੰਡ ਦੇ ਐਲਕੋਹਲ ਵਿੱਚ ਬਦਲਣ ਦੀ ਕਿਰਿਆ ਨੂੰ ਖਮੀਰਨ ਕਹਿੰਦੇ ਹਨ। ਪੌਦਿਆਂ ਵਿੱਚ ਪਾਣੀ ਦਾ ਪਰਿਵਹਨ ਜ਼ਾਈਲਮ ਦੁਆਰਾ ਹੁੰਦਾ ਹੈ। ਪਾਣੀ ਦਾ ਸੋਖਣ ਮੁੱਖ ਰੂਪ ਵਿੱਚ ਵੱਡੀ ਆਂਦਰ ਜਾਣੀ ਕਿ ਲਾਰਜ ਇੰਟੈਸਟਾਈਨ ਕਰਦੀ ਹੈ। ਅੱਗੇ ਇੱਕ ਸਮੀਕਰਨ ਦਿੱਤਾ ਗਿਆ ਹੈ, ਤਾਂ ਇਸ ਦਾ ਉੱਤਰ ਹੈ 7 ਤੇ ਭਾਜਯੋਗ। ਅਗਲਾ ਪ੍ਰਸ਼ਨ, ਜੇ 15 ਮਜ਼ਦੂਰ ਇੱਕ ਦੀਵਾਰ ਨੂੰ 48 ਘੰਟਿਆਂ ਵਿੱਚ ਬਣਾ ਸਕਦੇ ਹਨ ਤਾਂ ਉਹੀ ਕੰਮ ਨੂੰ 30 ਘੰਟਿਆਂ ਵਿੱਚ ਪੂਰਾ ਕਰਨ ਲਈ ਕਿੰਨੇ ਮਜ਼ਦੂਰਾਂ ਦੀ ਲੋੜ ਹੈ? ਉੱਤਰ ਹੈ 24। ਸੋ ਦਿੱਤਾ ਗਿਆ ਪਾਈ ਚਾਰਟ 3 ਵਿਦਿਆਰਥੀ ਰਮਨ, ਕਮਲ ਅਤੇ ਮੋਨੂ ਦੇ ਜਿੱਤਣ ਦੀ ਸੰਭਾਵਨਾ ਨੂੰ ਦਰਸਾ ਰਿਹਾ ਹੈ। ਰਮਨ ਦੇ ਜਿੱਤਣ ਦੀ ਸੰਭਾਵਨਾ ਪਤਾ ਕਰੋ। ਸੋ ਰਮਨ ਦੇ ਜਿੱਤਣ ਦੀ ਸੰਭਾਵਨਾ ਹੈ 2/3। ਅਨਿਲ ਨੇ ਇੱਕ ਵਸਤੂ 784 ਰੁਪਏ ਦੀ ਖਰੀਦੀ ਜਿਸ ਵਿੱਚ 12% ਸੇਵਾ ਕਰ ਸ਼ਾਮਲ ਹੈ। ਕਰ ਤੋਂ ਬਿਨਾਂ ਵਸਤੂ ਦਾ ਮੁੱਲ ਹੈ 700 ਰੁਪਏ। 9 ਦਾ ਵਰਗ ਅਤੇ 10 ਦੇ ਵਰਗ ਵਿੱਚ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ? ਉੱਤਰ ਹੈ 18। 40 ਬੱਚਿਆਂ ਦੇ ਸਰਵੇਖਣ ਤੋਂ ਪਤਾ ਲੱਗਾ ਕਿ 25% ਬੱਚੇ ਫੁੱਟਬਾਲ ਖੇਡਣਾ ਪਸੰਦ ਕਰਦੇ ਹਨ। ਦੱਸੋ ਕਿੰਨੇ ਬੱਚੇ ਫੁੱਟਬਾਲ ਖੇਡਣਾ ਪਸੰਦ ਨਹੀਂ ਕਰਦੇ? ਉੱਤਰ ਹੈ 30। ਅਨਿਲ ਨੇ ਸੋ ਅਗਲੇ ਪ੍ਰਸ਼ਨ 'ਤੇ ਚੱਲਦੇ ਹਾਂ। ਇੱਕ ਘਣਾਵ ਵਿੱਚ ਕਿੰਨੇ ਸਿਖਰ ਅਤੇ ਕਿੰਨੇ ਕਿਨਾਰੇ ਹੁੰਦੇ ਹਨ? ਸੋ ਇੱਕ ਘਣਾਵ ਵਿੱਚ 8 ਸਿਖਰ ਅਤੇ 12 ਕਿਨਾਰੇ ਹੁੰਦੇ ਹਨ। ਇੱਕ ਪਾਸੇ ਨੂੰ ਸੁੱਟਣ 'ਤੇ ਇੱਕ ਭਾਜ ਸੰਖਿਆ ਪ੍ਰਾਪਤ ਹੋਣ ਦੀ ਸੰਭਾਵਨਾ ਹੈ 1/3। ਜੇਕਰ ਇੱਕ ਵਸਤੂ ਦਾ ਮੁੱਲ 20% ਵਧਾ ਕੇ ਫਿਰ 20% ਘਟਾਇਆ ਜਾਵੇ ਤਾਂ ਕਿੰਨੇ ਪ੍ਰਤੀਸ਼ਤ ਵਾਧਾ ਜਾਂ ਘਾਟਾ ਹੋਵੇਗਾ? ਉੱਤਰ ਹੈ 4% ਘਾਟਾ। ਸਮਭੁਜੀ ਤ੍ਰਿਭੁਜ ਦੀ ਸਮਮਿਤੀ ਰੇਖਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ? ਉੱਤਰ ਹੈ 3। ਅੱਗੇ ਫਿਰ ਇੱਕ ਸਮੀਕਰਨ ਦਿੱਤਾ ਗਿਆ ਹੈ, ਉਸ ਵਿੱਚ x ਦਾ ਮੁੱਲ ਪਤਾ ਕਰਨ ਨੂੰ ਕਿਹਾ ਹੈ। ਸੋ ਇਸ ਵਿੱਚ x ਦਾ ਮੁੱਲ ਹੈ 3/2। ਸਿਰਫ ਰੇਖਾ ਖੰਡਾਂ ਨਾਲ ਬਣੀ ਸਾਧਾਰਨ ਬੰਦ ਵਕਰ ਨੂੰ ਕੀ ਕਹਿੰਦੇ ਹਨ? ਉਸ ਨੂੰ ਕਹਿੰਦੇ ਹਨ ਬਹੁਭੁਜ। ਇੰਗਲਿਸ਼ ਵਿੱਚ ਪੋਲੀਗਨ ਕਹਿੰਦੇ ਹਨ। ਅਗਲਾ ਪ੍ਰਸ਼ਨ ਹੈ, ਜਿਹੜੇ ਬਹੁਭੁਜਾਂ ਦੇ ਵਿਕਰਨਾਂ ਦਾ ਕੋਈ ਵੀ ਭਾਗ ਬਾਹਰੀ ਹਿੱਸੇ ਵਿੱਚ ਨਹੀਂ ਹੁੰਦਾ, ਉਸ ਬਹੁਭੁਜ ਨੂੰ ਕਹਿੰਦੇ ਹਨ ਉੱਤਲ ਬਹੁਭੁਜ। ਅਗਲਾ ਪ੍ਰਸ਼ਨ, ਇੱਕ ਸੰਖਿਆ ਆਪਣੇ ਵਰਗ ਦੇ ਉਲਟ ਕ੍ਰਮ ਦਾ 64 ਗੁਣਾ ਹੈ, ਸੰਖਿਆ ਹੋਏਗੀ 4। ਸਭ ਤੋਂ ਛੋਟੀ ਵਰਗ ਸੰਖਿਆ ਪਤਾ ਕਰੋ ਜੋ ਕਿ 4, 9 ਅਤੇ 10 ਹਰੇਕ ਨਾਲ ਵੰਡੀ ਜਾ ਸਕਦੀ ਹੈ। ਉੱਤਰ ਹੈ 900। ਉਸ ਸਭ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨਾਲ 192 ਨੂੰ ਵੰਡਣ 'ਤੇ ਭਾਗਫਲ ਇੱਕ ਪੂਰਨ ਘਣ ਬਣ ਜਾਏਗਾ। ਉੱਤਰ ਹੈ 3। ਜੇਕਰ ਕਿਸੇ ਸੰਖਿਆ ਦਾ 75% 75 ਵਿੱਚ ਜੋੜਿਆ ਜਾਵੇ ਤਾਂ ਨਤੀਜੇ ਵਿੱਚ ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਸੰਖਿਆ ਹੈ 300। ਜੇਕਰ ਵਰਗ ਦਾ ਖੇਤਰਫਲ ਚੱਕਰ ਦੇ ਖੇਤਰਫਲ ਬਰਾਬਰ ਹੈ ਤਾਂ ਵਰਗ ਦੀ ਭੁਜਾ ਅਤੇ ਚੱਕਰ ਦੇ ਅਰਧ ਵਿਆਸ ਦਾ ਅਨੁਪਾਤ ਹੋਏਗਾ √π/1।
ਜੇਕਰ x ਅਤੇ y ਸਿੱਧੇ ਪਰਿਵਰਤਨ ਵਿੱਚ ਹੋਣ ਤਾਂ 1/x ਅਤੇ 1/y ਡੈਸ਼ ਵਿੱਚ ਹੋਣਗੇ। ਉਹ ਹੋਣਗੇ ਸਿੱਧੇ ਪਰਿਵਰਤਨ ਵਿੱਚ। 3 ਵੱਖਰੇ ਵੱਖਰੇ ਅੰਕਾਂ ਨੂੰ ਲੈ ਕੇ ਬਣ ਸਕਣ ਵਾਲੀਆਂ ਸਾਰੀਆਂ ਸੰਭਵ ਸੰਖਿਆਵਾਂ ਦਾ ਜੋੜ ਹਮੇਸ਼ਾ ਕਿਸ ਸੰਖਿਆ ਨਾਲ ਭਾਗਯੋਗ ਹੁੰਦਾ ਹੈ? ਉੱਤਰ ਹੈ 37। ਸਿਲੀਕੌਨ ਘਾਟੀ ਕਿੱਥੇ ਹੈ? ਉੱਤਰ ਹੈ ਕੈਲੀਫੋਰਨੀਆ। ਅਰੇਬਿਕਾ, ਰੋਬਸਟਾ ਅਤੇ ਲਾਇਬੈਰਿਕਾ ਕਿਸ ਦੀਆਂ ਕਿਸਮਾਂ ਹਨ? ਉੱਤਰ ਹੈ ਕੌਫੀ। ਇਹ ਕੌਫੀ ਦੀਆਂ ਕਿਸਮਾਂ ਹਨ। USA ਦੇ ਕਿਹੜੇ ਸ਼ਹਿਰ ਨੂੰ ਮੋਟਰ ਸ਼ਹਿਰ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ? ਉੱਤਰ ਹੈ ਡੈਟਰੀਅਟ। ਚਾਵਲ ਮੁੱਖ ਤੌਰ 'ਤੇ ਕਿਹੋ ਜਿਹੇ ਜਲਵਾਯੂ ਵਾਲੇ ਦੇਸ਼ਾਂ ਵਿੱਚ ਪੈਦਾ ਕੀਤਾ ਜਾਂਦਾ ਹੈ? ਉੱਤਰ ਹੈ ਗਰਮ ਅਤੇ ਤਰ ਜਲਵਾਯੂ ਵਾਲੇ ਦੇਸ਼ਾਂ ਵਿੱਚ। ਸੰਸਾਰ ਪ੍ਰਸਿੱਧ ਕੋਰਨ ਪੇਟੀ USA ਵਿੱਚ ਹੈ। ਰੇਸ਼ਿਆਂ ਦੇ ਆਧਾਰ 'ਤੇ ਕਪਾਹ ਨੂੰ ਆਮ ਤੌਰ 'ਤੇ 3 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਭਾਰਤ ਦੇ ਕਿਹੜੇ ਰਾਜ ਚਾਹ ਪੈਦਾ ਕਰਨ ਲਈ ਪ੍ਰਸਿੱਧ ਹਨ? ਉੱਤਰ ਹੈ ਅਸਾਮ, ਪੱਛਮੀ ਬੰਗਾਲ ਅਤੇ ਤਮਿਲਨਾਡੂ। ਪਾਣੀ ਨੂੰ ਸਮਾਈ ਰੱਖਣ ਲਈ ਸਮਰੱਥਾ ਕਿਹੜੀ ਮਿੱਟੀ ਵਿੱਚ ਸਭ ਤੋਂ ਘੱਟ ਹੈ? ਉੱਤਰ ਹੈ ਮਾਰੂਥਲੀ ਮਿੱਟੀ ਵਿੱਚ। ਹੇਠ ਲਿਖਿਆਂ ਵਿੱਚੋਂ ਕਿਹੜਾ ਧਾਤੂ ਖਣਿਜ ਪਦਾਰਥ ਨਹੀਂ ਹੈ? ਕੋਲਾ। ਭਾਰਤ ਦਾ ਖੇਤਰਫਲ ਕਿੰਨੇ ਵਰਗ ਕਿਲੋਮੀਟਰ ਹੈ? ਸੋ ਉੱਤਰ ਹੈ 32,87,782 ਵਰਗ ਕਿਲੋਮੀਟਰ। ਹੇਠ ਲਿਖਿਆਂ ਵਿੱਚੋਂ ਸਭ ਤੋਂ ਵਧੀਆ ਕਿਸਮ ਦਾ ਕੋਲਾ ਹੈ ਐਥੇਰਾਈਟਸ। ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਸ ਮੁਗਲ ਬਾਦਸ਼ਾਹ ਦੀ ਮੌਤ ਤੋਂ ਬਾਅਦ ਹੋਇਆ? ਸੋ ਉੱਤਰ ਹੈ ਔਰੰਗਜ਼ੇਬ। ਬਕਸਰ ਦੀ ਲੜਾਈ ਕਦੋਂ ਹੋਈ? 1764 ਈਸਵੀ ਵਿੱਚ। ਕਿਸ ਐਕਟ ਮੁਤਾਬਕ ਬੰਗਾਲ ਦੇ ਗਵਰਨਰ ਜਨਰਲ ਅਤੇ ਕੌਂਸਲ ਨੂੰ ਭਾਰਤ ਦਾ ਗਵਰਨਰ ਜਨਰਲ ਅਤੇ ਕੌਂਸਲ ਦਾ ਨਾਂ ਦੇ ਦਿੱਤਾ ਗਿਆ? ਇਸ ਐਕਟ ਦਾ ਨਾਮ ਕੀ ਸੀ? ਉੱਤਰ ਹੈ ਚਾਰਟਰ ਐਕਟ 1833। ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? 1882 ਈਸਵੀ ਵਿੱਚ। 1857 ਈਸਵੀ ਦੇ ਵਿਦਰੋਹ ਦੇ ਪਹਿਲੇ ਸ਼ਹੀਦ ਦਾ ਨਾਮ ਮੰਗਲ ਪਾਂਡੇ ਸੀ। 1911 ਈਸਵੀ ਵਿੱਚ ਅੰਗਰੇਜ਼ਾਂ ਨੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ? ਉੱਤਰ ਹੈ ਦਿੱਲੀ। 1746 ਤੋਂ 1763 ਈਸਵੀ ਤੱਕ ਕਿਹੜੇ ਯੁੱਧ ਹੋਏ ਜਿਨ੍ਹਾਂ ਵਿੱਚ ਅੰਗਰੇਜ਼ ਜੇਤੂ ਰਹੇ, ਜਿਸ ਨਾਲ ਭਾਰਤ ਵਿੱਚ ਅੰਗਰੇਜ਼ੀ ਸੱਤਾ ਦਾ ਰਾਹ ਖੁੱਲ੍ਹ ਗਿਆ? ਉੱਤਰ ਹੈ ਕਰਨਾਟਕ ਦਾ ਯੁੱਧ। ਉਸ ਕਾਲ ਨੂੰ ਕੀ ਕਿਹਾ ਜਾਂਦਾ ਹੈ ਜਦੋਂ ਭਾਰਤ ਉੱਤੇ ਬਾਬਰ, ਹਿਮਾਯੂ ਅਤੇ ਅਕਬਰ ਵਰਗੇ ਮੁਗਲ ਬਾਦਸ਼ਾਹਾਂ ਨੇ ਰਾਜ ਕੀਤਾ? ਇਸ ਦਾ ਉੱਤਰ ਹੈ ਮੱਧਕਾਲ। ਉਸ ਕਾਲ ਨੂੰ ਮੱਧਕਾਲ ਕਿਹਾ ਜਾਂਦਾ ਹੈ। ਭਾਰਤ ਵਿੱਚ ਪਹਿਲਾ ਅੰਗਰੇਜ਼ੀ ਕਿਲ੍ਹਾ ਕਿਹੜਾ ਸੀ? ਫੋਰਟ ਸੇਂਟ ਜਾਰਜ। ਫੋਰਟ ਸੇਂਟ ਜਾਰਜ ਪਹਿਲਾ ਅੰਗਰੇਜ਼ੀ ਕਿਲ੍ਹਾ ਸੀ ਭਾਰਤ ਵਿੱਚ। ਅਗਲਾ ਪ੍ਰਸ਼ਨ ਹੈ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਕਦੋਂ ਅਤੇ ਕਿੱਥੇ ਸ਼ੁਰੂ ਹੋਇਆ? 1905 ਵਿੱਚ ਬੰਗਾਲ 'ਚ। ਆਨੰਦ ਮੱਠ ਕਿਸ ਨੇ ਲਿਖਿਆ? ਆਨੰਦ ਮੱਠ ਕਿਸ ਨੇ ਲਿਖਿਆ? ਉੱਤਰ ਹੈ ਬੰਕਿਮ ਚੰਦਰ ਚੈਟਰਜੀ। ਅਗਲਾ ਪ੍ਰਸ਼ਨ ਆਜ਼ਾਦੀ ਤੋਂ ਬਾਅਦ ਭਾਰਤ ਕਦੋਂ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਰਾਜ ਬਣਿਆ ਸੀ? ਇਸ ਦਾ ਉੱਤਰ ਹੈ 26 ਜਨਵਰੀ 1950 ਵਿੱਚ। 29 ਅਗਸਤ 1949 ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੁਆਰਾ ਕਿਸ ਤਰ੍ਹਾਂ ਦੀ ਕਮੇਟੀ ਬਣਾਈ ਗਈ? ਉੱਤਰ ਹੈ 7 ਮੈਂਬਰੀ ਮਸੌਦਾ ਕਮੇਟੀ। ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਕਿਸ ਉਮਰ ਤੱਕ ਦੇ ਬੱਚਿਆਂ ਲਈ ਲਾਗੂ ਕੀਤਾ ਗਿਆ ਸੀ? 14 ਸਾਲ ਤੱਕ ਦੇ ਬੱਚਿਆਂ ਲਈ। ਉਹ ਕਿਹੜਾ ਨਿਆਂ ਹੈ ਜਿਸ ਕਾਰਨ ਸਭ ਨੂੰ ਰੋਜ਼ੀ ਰੋਟੀ ਅਤੇ ਬਰਾਬਰ ਦੀ ਮਜ਼ਦੂਰੀ ਲੈਣ ਦਾ ਅਧਿਕਾਰ ਹੈ? ਉੱਤਰ ਹੈ ਆਰਥਿਕ ਨਿਆਂ। ਸਿਵਲ ਮੁਕੱਦਮੇ ਸੰਬੰਧੀ ਜ਼ਿਲ੍ਹੇ ਦੀ ਸਭ ਤੋਂ ਉੱਚ ਅਦਾਲਤ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਜ਼ਿਲ੍ਹਾ ਕੋਰਟ। ਅਗਲਾ ਪ੍ਰਸ਼ਨ ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ? ਧਾਰਾ 136 ਅਧੀਨ। ਪੰਜਾਬ ਵਿੱਚੋਂ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹਨ?
ਇਸ ਦਾ ਉੱਤਰ ਹੈ 7। ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੈ? ਸੋ ਲੋਕ ਸਭਾ ਦੇ ਮੈਂਬਰਾਂ ਦੀ ਵੱਧ ਤੋਂ ਵੱਧ ਗਿਣਤੀ ਕਿੰਨੀ ਹੋ ਸਕਦੀ ਹੈ? ਉੱਤਰ ਹੈ 552। ਸੋ ਅੱਜ ਤੱਕ ਲਈ ਇੰਨਾ ਹੀ। ਸੋ ਹੋਰ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ, ਧੰਨਵਾਦ, ਥੈਂਕਸ।